Good morning, everyone. This is Sandeep Kaur, your social science teacher, and today we are going to start our last chapter of this syllabus, working of institutions. First topic is how is the major policy decisions taken. ਕਹਿੰਦੇ ਕਿ ਜੇ ਗਵਰਨਮੈਂਟ ਮੇਜਰ ਡਿਸੀਜਨਸ ਲੈਂਦੀ ਆ ਡਿਫਰੈਂਟ ਪੋਲਿਸੀਜ਼ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਇਹ ਪੋਲਿਸੀਜ਼ ਜਿਹੜੀਆਂ ਪਹਿਲਾਂ ਬਣਾਈਆਂ ਜਾਂਦੀਆਂ ਨੇ ਦੈਨ ਕਿਹੜਾ ਪ੍ਰੋਸੈਸ ਹੈ ਜਿਹੜਾ ਕੈਰੀ ਕੀਤਾ ਜਾਂਦਾ ਹੈ ਇਹਨਾਂ ਸਭ ਨੂੰ ਬਣਾਉਣ ਦੇ ਲਈ ਔਰ ਅੱਗੇ ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੋਈ ਆ ਇੱਕ ਆਰਡਰ ਦੇ ਨਾਲ ਇਹ ਗਵਰਨਮੈਂਟ ਆਰਡਰ ਕਹਿੰਦੇ ਕਿ 13th of August in 1990 13 ਅਗਸਤ 1990 ਨੂੰ ਕਹਿੰਦੇ ਗਵਰਨਮੈਂਟ ਵੱਲੋਂ ਇੱਕ ਆਰਡਰ ਇਸ਼ੂ ਕੀਤਾ ਜਾਂਦਾ ਹੈ ਆਫਿਸ ਮੈਮੋਰੈਂਡਮ ਹੁੰਦਾ ਹੈ ਔਰ ਇਹਨੂੰ ਇਸ਼ੂ ਕੌਣ ਕਰਦਾ ਹੈ ਇੱਕ ਜਿਹੜਾ ਜੁਆਇੰਟ ਸੈਕਟਰੀ ਹੈ ਇਨ ਦਾ ਆਫਿਸ ਆਫ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਇਨ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨਸ ਇਹਦਾ ਡਿਪਾਰਟਮੈਂਟ ਹੈ ਇਹਦੇ ਵੱਲੋਂ ਇਹਦਾ ਇੱਕ ਜੁਆਇੰਟ ਸੈਕਟਰੀ ਜਿਹੜਾ ਹੈ ਇਸ ਮੈਮੋਰੈਂਡਮ ਨੂੰ ਜਿਹੜਾ ਹੈ ਉਹ ਇਸ਼ੂ ਕਰਦਾ ਹੈ ਔਰ ਇਹ ਜਿਹੜਾ ਮੈਮੋਰੈਂਡਮ ਹੁੰਦਾ ਹੈ ਇਹਦੇ ਵਿੱਚ ਹੁੰਦਾ ਕਿ ਇਹ ਦੇਖੋ ਨੀਚੇ ਦਿੱਤੀ ਹੋਈ ਹੈ ਇਹਦੀ ਕਾਪੀ ਦਿੱਤੀ ਹੋਈ ਹੈ ਸਬਜੈਕਟ ਇਹਦਾ 27% ਰਿਜ਼ਰਵੇਸ਼ਨ ਫॉर ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਇਨ ਸਿਵਲ ਪੋਸਟਸ ਐਂਡ ਸਰਵਿਸਿਜ਼ ਯਾਨੀ ਕਿ ਜਿਹੜੀਆਂ OBCs ਨੂੰ ਜਿਹੜਾ 27% ਜਿਹੜਾ ਰਿਜ਼ਰਵੇਸ਼ਨ ਮਿਲਦਾ ਹੈ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਰਡਰ ਇਸ਼ੂ ਕੀਤਾ ਗਿਆ ਹੈਗਾ ਕਿ ਸੋਸ਼ਲੀ ਔਰ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਨੇ ਜਿਹੜੀਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਕਿੰਨਾ ਰਿਜ਼ਰਵੇਸ਼ਨ ਦਿੱਤਾ ਜਾਏਗਾ 27% ਇਹ ਵਾਲਾ ਜਿਹੜਾ ਆਰਡਰ ਹੈ ਕਦੋਂ ਇਸ਼ੂ ਕੀਤਾ ਗਿਆ on 13th of August and 1990 ਨੂੰ ਔਰ ਇਹਨੂੰ ਇਸ਼ੂ ਕੌਣ ਕਰ ਰਿਹਾ ਹੈ ਇੱਕ ਜੁਆਇੰਟ ਸੈਕਟਰੀ ਹੈ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਇਨ ਮਿਨਿਸਟਰੀ ਆਫ ਪਰਸਨਲ ਐਂਡ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨਸ ਸੋ ਕੀ ਆਪਾਂ ਗੈਸ ਕਰ ਸਕਦੇ ਹਾਂ ਕਿ ਉਹ ਜਿਹੜਾ ਜੁਆਇੰਟ ਸੈਕਟਰੀ ਹੈਗਾ ਉਹਨੇ ਆਪਣੀ ਮਰਜ਼ੀ ਨਾਲ ਇਹ ਆਰਡਰ ਇਸ਼ੂ ਕੀਤਾ ਹੈ ਜਾਂ ਉਹਨੂੰ ਕਿਸੇ ਨੇ ਕਿਹਾ ਇਹ ਆਰਡਰ ਇਸ਼ੂ ਕਰਨ ਦੇ ਲਈ ਜਾਂ ਇਹ ਆਰਡਰ ਇਸ਼ੂ ਕਰਨ ਤੋਂ ਪਹਿਲੇ ਕੋਈ ਜਿਹੜਾ ਪ੍ਰੋਸੈਸ ਹੈ ਉਹਨੂੰ ਫੋਲੋ ਕੀਤਾ ਗਿਆ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅੱਜ ਆਪਾਂ ਇਹਦੇ ਵਿੱਚ ਇਸ ਟੌਪਿਕ ਦੇ ਵਿੱਚ ਦੇਖਾਂਗੇ ਕਿ ਕਿਹੜੇ ਪ੍ਰੋਸੈਸ ਤੋਂ ਨਿਕਲ ਕੇ ਇੱਕ ਆਰਡਰ ਜਿਹੜਾ ਹੈ ਉਹਨੂੰ ਫੋਲੋ ਕੀਤਾ ਜਾਂਦਾ ਪ੍ਰੋਸੈਸ ਨੂੰ ਔਰ ਫਿਰ ਇੱਕ ਆਰਡਰ ਦਿੱਤਾ ਜਾਂਦਾ ਆਰਡਰ ਨੂੰ ਕਿਵੇਂ ਫੋਲੋ ਕੀਤਾ ਜਾਂਦਾ ਹੈ ਔਰ ਇੰਪਲੀਮੈਂਟ ਕੀਤਾ ਜਾਂਦਾ ਹੈ ਨੀਚੇ ਦੇਖੋ ਲਿਖਿਆ ਹੈ reservation for backward classes in civil posts and services under government of India regarding ਸੋ ਇਹ ਵਾਲਾ ਆਰਡਰ ਜਿਹੜਾ ਹੈ ਇਹ ਕਿਹਦੇ ਰਿਗਾਰਡਿੰਗ ਹੈ OBC ਯਾਨੀ ਕਿ ਜਿਹੜੀਆਂ ਅਦਰ ਬੈਕਵਰਡ ਕਲਾਸਿਸ ਨੇ ਉਹਨਾਂ ਨੂੰ 27% ਜਿਹੜਾ ਰਿਜ਼ਰਵੇਸ਼ਨ ਦਿੱਤਾ ਜਾਣਾ ਹੈ ਉਹਦੀ ਪਾਲਿਸੀ ਦੇ ਇੰਪਲੀਮੈਂਟੇਸ਼ਨ ਦੇ ਨਾਲ ਰਿਗਾਰਡਿੰਗ ਜਿਹੜਾ ਇਹ ਮੈਮੋਰੈਂਡਮ ਹੈਗਾ ਇਹਨੂੰ ਇਸ਼ੂ ਕੀਤਾ ਗਿਆ ਬਟ ਇਹ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਇਹ ਵਾਲਾ ਮੈਮੋਰੈਂਡਮ ਜਿਹੜਾ ਇਸ਼ੂ ਕਰਨ ਦੇ ਲਈ ਇਹਨੂੰ ਆਰਡਰ ਕਿੱਥੋਂ ਮਿਲਦੇ ਆ ਔਰ ਕਿਹੜਾ ਪ੍ਰੋਸੈਸ ਜਿਹੜਾ ਹੈ ਉਹਦੇ ਥਰੂ ਜਿਹੜਾ ਆਰਡਰ ਹੈ ਜਾਂ ਲਾਅ ਹੈ ਉਹਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ ਇਹਦੇ ਕਿ CEBC ਯਾਨੀ ਕਿ ਸੋਸ਼ਲੀ ਐਂਡ ਇਕਨੋਮਿਕਲੀ ਬੈਕਵਰਡ ਕਲਾਸਿਸ ਇਹ ਜਿਹੜੀਆਂ ਇੱਕ ਕੈਟੇਗਰੀ ਬਣਾਈ ਗਈ ਲੋਕਾਂ ਦੀ ਉਹਨਾਂ ਦੇ ਲਈ ਇਹ 27% ਜਿਹੜਾ ਰਿਜ਼ਰਵੇਸ਼ਨ ਹੈਗਾ ਇਨ ਦਾ ਸਿਵਲ ਪੋਸਟਸ ਐਂਡ ਸਰਵਿਸਿਜ਼ ਠੀਕ ਹੈ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ 27% ਜਿਹੜੀਆਂ ਪੋਸਟਸ ਹੋਣਗੀਆਂ ਉਹ ਇਹ ਸਾਰੇ ਜਿਹੜੇ ਲੋਕ ਹੋਣਗੇ ਇਹਨਾਂ ਕਾਸਟਸ ਨੂੰ ਬਿਲੋਂਗ ਕਰਦੇ ਲੋਕ ਹੋਣਗੇ ਜਿਹੜੇ ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਨੇ ਉਹਨਾਂ ਲਈ ਜਿਹੜੀਆਂ ਨੇ ਉਹ ਰਿਜ਼ਰਵ ਕੀਤੀਆਂ ਜਾਣਗੀਆਂ ਬਟ ਇਹਨਾਂ ਦੇ ਜਿਹੜਾ ਬੈਨੀਫਿਟਸ ਹੋਣਗੇ ਉਹ ਜਿਹੜੇ ਨੇ ਸ਼ਡਿਊਲ ਕਾਸਟਸ ਦੇ ਲੋਕ ਨੇ ਜਾਂ ਜਿਹੜੇ ਸ਼ਡਿਊਲ ਟਰਾਈਬਸ ਦੇ ਲੋਕ ਨੇ ਉਹ ਇਹਨਾਂ 27% ਜੌਬਸ ਵਿੱਚੋਂ ਆਪਣੀਆਂ ਜੌਬਸ ਨਹੀਂ ਲੈ ਸਕਣਗੇ ਬਲਕਿ ਉਹਨਾਂ ਨੂੰ ਜਿਹੜੀਆਂ ਜੌਬਸ ਮਿਲਣਗੀਆਂ ਉਹਨਾਂ ਦੇ ਆਪਣੇ ਕੋਟੇ ਦੇ ਵਿੱਚੋਂ ਜਿਹੜੀਆਂ ਉਹਨਾਂ ਦਾ 15% ਫॉर ਦਾ SCs ਐਂਡ 7% ਫॉर ਦਾ STs ਨੇ ਉਹ ਸਿਰਫ ਉੱਥੋਂ ਹੀ ਜੌਬ ਲੈ ਸਕਣਗੇ ਨੈਕਸਟ ਇਜ਼ ਦਾ ਡਿਸੀਜ਼ਨ ਮੇਕਰਸ ਕਿੰਨਾਂ ਨੇ ਇਹ ਵਾਲਾ ਡਿਸੀਜ਼ਨ ਲਿਆ ਕਿਵੇਂ ਪਾਲਿਸੀ ਬਣੀ ਫਸਟ ਆਫ ਆਲ ਕਹਿੰਦੇ ਕਿ ਦੇਖੋ ਜਿਹੜੀ ਮਿਨਿਸਟਰੀ ਹੈ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨਸ ਨੇ ਉਹਨਾਂ ਨੇ ਜਿਹੜਾ ਹੈ ਉਹਦਾ ਇੱਕ ਹਿੱਸਾ ਹੈ ਜਸਟ ਠੀਕ ਹੈ ਬਟ ਆਪਾਂ ਕੀ ਸੋਚ ਸਕਦੇ ਹਾਂ ਕਿ ਗੈਸ ਕਰ ਸਕਦੇ ਹਾਂ ਕਿ ਇਹ ਡਿਸੀਜ਼ਨ ਕਿਵੇਂ ਲਿਆ ਗਿਆ ਫਸਟ ਆਫ ਆਲ ਪਾਲਿਸੀ ਮੇਕਿੰਗ ਦੇ ਵਿੱਚ ਕਿਹੜੀਆਂ ਪਾਵਰਸ ਆਉਂਦੀਆਂ ਨੇ ਕਿਹੜੇ ਡਿਪਾਰਟਮੈਂਟਸ ਆਉਂਦੇ ਨੇ ਜਾਂ ਪਾਰਟ ਆਫ ਗਵਰਨਮੈਂਟ ਆਉਂਦੇ ਨੇ ਫਸਟ ਆਫ ਆਲ ਪ੍ਰੈਜ਼ੀਡੈਂਟ ਕੌਣ ਨੇ ਹੈਡ ਆਫ ਦਾ ਨੇਸ਼ਨ ਜਿਹੜੇ ਕਿ ਸਾਰੀ ਅਥਾਰਟੀ ਆਪਣੀ ਇੰਡੀਆ ਦੇ ਵਿੱਚ ਕਿਹਦੇ ਕੋਲ ਹੈ ਪ੍ਰੈਜ਼ੀਡੈਂਟ ਕੋਲ ਹੈ ਸੈਕੰਡ ਇਜ਼ ਦਾ ਪ੍ਰਾਈਮ ਮਿਨਿਸਟਰ ਇਜ਼ ਦਾ ਐਗਜ਼ੀਕਿਊਟਿਵ ਹੈਡ ਆਫ ਦਾ ਗਵਰਨਮੈਂਟ ਉਹ ਐਕਚੁਅਲੀ ਸਾਰੀਆਂ ਪਾਵਰਸ ਨੂੰ ਐਕਸਰਸਾਈਜ਼ ਕੌਣ ਕਰਦਾ ਹੈ ਪ੍ਰਾਈਮ ਮਿਨਿਸਟਰ ਕਰਦਾ ਹੈ ਔਨ ਦਾ ਨੇਮ ਆਫ president next part is the parliament have two houses first is the lok sabha and second one is the rajya sabha ਬਟ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹਨਾਂ ਦੇਰ ਤੱਕ ਸਿਰਫ ਲੋਕ ਸਭਾ ਵਿੱਚ ਆਪਣੀ ਸਰਕਾਰ ਚਲਾ ਸਕਦਾ ਹੈ ਜਿੰਨਾ ਦੇਰ ਤੱਕ ਉਹਨੂੰ ਮੈਜੋਰਟੀ ਆਫ MPs ਦੀ ਸਪੋਰਟ ਉਹਦੇ ਕੋਲ ਹੈ ਅਗਰ
ਲੋਕ ਸਭਾ ਵਿੱਚ ਐਮਪੀਸ ਜਿਹੜੇ ਨੇ ਉਹਨਾਂ ਦੇ ਵਿੱਚ ਮਾਈਨੋਰਟੀ 'ਚ ਆ ਜਾਂਦਾ ਹੈ ਜਾਂ ਜ਼ਿਆਦਾ ਮੈਂਬਰ ਉਹਦੇ ਕੋਲ ਨਹੀਂ ਰਹਿੰਦੇ, ਮੋਰ ਦੈਨ ਹਾਫ ਮੈਂਬਰਸ ਉਹਨਾਂ ਦੇ ਪੱਖ ਵਿੱਚ ਨਹੀਂ ਰਹਿੰਦੇ, ਦੈਨ ਜਿਹੜੀ ਗਵਰਨਮੈਂਟ ਹੈ ਉਹ ਖਤਮ ਹੋ ਸਕਦੀ ਹੈ। ਸੋ ਕੀ ਇਹ ਸਾਰੇ ਡਿਸੀਜਨਸ ਹੁਣ ਇਹ ਹੀ ਲੋਕ ਲੈਂਦੇ ਨੇ, ਸਿਰਫ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਐਂਡ ਪਾਰਲੀਮੈਂਟ ਹੀ ਲੈਂਦਾ ਹੈ? ਇਹਦੇ ਆਓ ਦੇਖਦੇ ਹਾਂ। ਫਸਟ ਆਫ ਆਲ ਕਹਿੰਦੇ ਕਿ ਜਿਹੜਾ ਆਫਿਸ ਮੈਮੋਰੈਂਡਮ ਹੈ ਇਹਦੇ ਤੋਂ ਪਹਿਲਾਂ ਇੱਕ ਬੜੀ ਲੰਬੀ ਚੇਨ ਹੈ ਇਵੈਂਟਸ ਦੀ ਜਿਹੜੀ ਹੋਈ, ਔਰ ਉਸ ਤੋਂ ਬਾਅਦ ਵਿੱਚ ਜਿਹੜਾ ਮੈਮੋਰੈਂਡਮ ਹੈ ਇਹਨੂੰ ਇਸ਼ੂ ਕੀਤਾ ਗਿਆ। ਗਵਰਨਮੈਂਟ ਆਫ ਇੰਡੀਆ ਨੇ ਕਹਿੰਦੇ ਕਿ ਜਿਹੜਾ ਹੈ ਸੈਕਿੰਡ ਬੈਕਵਰਡ ਕਲਾਸਿਸ ਕਮਿਸ਼ਨ ਜਿਹੜਾ ਹੈਗਾ 1979 ਦੇ ਵਿੱਚ ਜਿਹੜਾ ਹੈਗਾ ਬਣਵਾਇਆ, ਔਰ ਇਹਦਾ ਹੈੱਡ ਕੌਣ ਸੀਗੇ? ਬੀਪੀ ਮੰਡਲ। ਬੀਪੀ ਮੰਡਲ ਦੇ ਅੰਡਰ ਜਿਹੜਾ ਹੈ ਉਹ ਇੱਕ ਬੈਕਵਰਡ ਕਲਾਸਿਸ ਕਮਿਸ਼ਨ ਬਣਾਇਆ ਜਾਂਦਾ ਹੈ, ਔਰ ਇਹ ਜਿਹੜਾ ਕਮਿਸ਼ਨ ਹੈ ਆਪਣੀ ਪੂਰੀ ਜਿਹੜਾ ਹੈ ਉਹ ਕੰਮ ਕਰਦਾ ਹੈ, ਇਹਨੂੰ ਮੰਡਲ ਕਮਿਸ਼ਨ ਕਿਹਾ ਜਾਂਦਾ ਹੈ। ਔਰ ਸਾਰੇ ਦਾ ਸਾਰਾ ਜਿਹੜਾ ਇੰਡੀਆ ਹੈ ਉਹਦੇ ਵਿੱਚ ਸਾਰੀਆਂ ਏਰੀਆਜ਼ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਕਿ ਕਿਹੜੀਆਂ ਕਾਸਟਸ ਦੇ ਲੋਕ ਜਿਹੜੇ ਨੇ ਉਹ ਸੋਸ਼ਲੀ ਐਂਡ ਐਜੂਕੇਸ਼ਨਲੀ ਜਿਹੜੇ ਨੇ ਉਹ ਪਿਛੜੇ ਹੋਏ ਨੇ, ਔਰ ਇਹ ਵਾਲਾ ਕਮਿਸ਼ਨ ਜਿਹੜਾ ਹੈ ਉਹਨਾਂ ਨੇ 1980 ਦੇ ਵਿੱਚ ਆਪਣੀ ਰਿਪੋਰਟ ਜਿਹੜੀ ਹੈ ਗਵਰਨਮੈਂਟ ਨੂੰ ਦੇ ਦਿੱਤੀ। ਇਹਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਸੀ ਉਹਨਾਂ ਨੇ ਕਿ ਇਹਨਾਂ ਕਲਾਸਿਸ 'ਤੇ ਜਿਹੜਾ ਹੈ ਅਪਲਿਫਟਮੈਂਟ ਵਾਸਤੇ ਇਹਨਾਂ ਦੇ ਕੰਡੀਸ਼ਨਸ ਨੂੰ ਇੰਪਰੂਵ ਕਰਨ ਦੇ ਲਈ ਜਿਹੜਾ ਹੈ ਕੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਵਿੱਚ ਇੱਕ ਕੰਡੀਸ਼ਨ ਸੀ ਕਿ 27% ਗਵਰਨਮੈਂਟ ਜੌਬਸ ਜਿਹੜੀਆਂ ਨੇ ਉਹ ਇਹਨਾਂ ਕਲਾਸਿਸ ਦੇ ਲੋਕਾਂ ਲਈ, ਇਸ ਕਲਾਸ ਦੇ ਲੋਕਾਂ ਲਈ ਜਿਹੜੀਆਂ ਨੇ ਉਹ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ। ਇਹਨੂੰ ਪਾਰਲੀਮੈਂਟ 'ਚ ਡਿਸਕਸ ਕੀਤਾ ਗਿਆ, ਬਟ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਕਾਫੀ ਜ਼ਿਆਦਾ ਜਿਹੜੇ ਇਹਨਾਂ ਬੈਕਵਰਡ ਕਲਾਸਿਸ ਤੋਂ ਲੋਕ ਆ ਰਹੇ ਸੀਗੇ, ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਸੀਗੇ, ਉਹਨਾਂ ਨੇ ਕਾਫੀ ਵਾਰ ਮਤਲਬ ਇਸ ਚੀਜ਼ ਦੀ ਡਿਮਾਂਡ ਕੀਤੀ ਕਿ ਇਹ ਜਿਹੜੇ ਰਿਪੋਰਟ ਹੈ ਇਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ, ਇੰਪਲੀਮੈਂਟ ਕੀਤਾ ਜਾਣਾ ਚਾਹੀਦਾ, ਤਾਂ ਕਿ ਲੋਕਾਂ ਨੂੰ ਇਹਦਾ ਜਿਹੜਾ ਬੈਨੀਫਿਟਸ ਨੇ ਉਹ ਮਿਲ ਸਕਣ। ਬਟ ਇਹ 89 ਤੱਕ ਇਹ ਜਿਹੜੀ ਹੈ ਇੰਪਲੀਮੈਂਟ ਨਹੀਂ ਹੋਈ। 89 ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨਸ ਆਉਂਦੇ ਨੇ ਉਸ ਟਾਈਮ 'ਤੇ ਜਿਹੜੀ ਇੱਕ ਪੋਲੀਟੀਕਲ ਪਾਰਟੀ ਸੀਗੀ ਜਨਤਾ ਦਲ ਦੁਆਰਾ ਜਿਹੜੇ ਉਹਨਾਂ ਦੇ ਹੈੱਡ ਸੀਗੇ ਨੇ ਮੈਂਬਰ, ਜਿਹੜੇ ਲੀਡਰ ਸੀਗੇ, ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਵਾਲੀ ਇੱਕ ਚੀਜ਼ ਐਡ ਕੀਤੀ, ਅਗਰ ਉਹ ਗਵਰਨਮੈਂਟ ਦੇ ਵਿੱਚ ਆਉਂਦੇ ਆ ਦੈਨ ਉਹ ਇਹ ਵਾਲੀ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਹੈ OBCs ਦੇ ਲਈ ਉਹਨੂੰ ਉਹ ਇੰਪਲੀਮੈਂਟ ਕਰਨਗੇ। ਔਰ ਫਾਈਨਲੀ ਕੀ ਹੁੰਦਾ ਬੱਚੇ ਕਿ ਜਿਹੜੀ ਆ ਜਨਤਾ ਸਰਕਾਰ ਜਿਹੜੀ ਆ ਉਹ ਜਿੱਤ ਜਾਂਦੀ ਹੈ, ਔਰ ਉਹਨਾਂ ਦੀ ਗਵਰਨਮੈਂਟ ਬਣਦੀ ਹੈ, ਔਰ ਪ੍ਰਾਈਮ ਮਿਨਿਸਟਰ ਕੌਣ ਬਣਦੇ ਨੇ? VP ਸਿੰਘ। VP ਸਿੰਘ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕੀ ਹੁੰਦਾ ਹੈ ਕਿ ਪ੍ਰੈਜ਼ੀਡੈਂਟ ਜਿਹੜੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਉਹ ਪਾਰਲੀਮੈਂਟ ਨੂੰ ਜਦੋਂ ਐਡਰੈਸ ਕਰਦੇ ਨੇ ਬੱਚੇ, ਜਦੋਂ ਵੀ ਲੋਕ ਸਭਾ ਰਾਜ ਸਭਾ ਸ਼ੁਰੂ ਹੁੰਦੀ ਹੈ ਉਹ ਤੋਂ ਪਹਿਲਾਂ ਇੱਕ ਜਿਹੜਾ ਇੰਟਰੋਡਕਟਰੀ ਜਿਹੜੀ ਹੁੰਦਾ ਜਿਹੜਾ ਲੈਕਚਰ ਹੁੰਦਾ ਹੈ ਉਹ ਹਮੇਸ਼ਾ ਪ੍ਰੈਜ਼ੀਡੈਂਟ ਦੁਆਰਾ ਦਿੱਤਾ ਜਾਂਦਾ ਹੈ। ਹਮੇਸ਼ਾ ਜਿਹੜੇ ਵੀ ਆਪਣੇ ਹਾਊਸਸ ਨੂੰ ਪਾਰਲੀਮੈਂਟ ਨੂੰ ਸਟਾਰਟ ਕਰਨਾ ਔਰ ਖ਼ਤਮ ਕਰਨਾ, ਇਹ ਦੋਨੋਂ ਕਿਸ ਦੇ ਆਰਡਰ ਨਾਲ ਹੁੰਦੇ ਆ? ਪ੍ਰੈਜ਼ੀਡੈਂਟ ਦੇ ਆਰਡਰ ਨਾਲ ਹੁੰਦੇ ਆ। ਸੋ ਸਭ ਤੋਂ ਪਹਿਲਾਂ ਜਿਹੜਾ ਲੈਕਚਰ ਦਿੱਤਾ ਜਾਂਦਾ ਹੈ ਉਹ ਪ੍ਰੈਜ਼ੀਡੈਂਟ ਦਿੰਦੇ ਆ, ਔਰ ਆਪਣੇ ਇਸ ਇੰਟਰੋਡਕਟਰੀ ਲੈਕਚਰ ਦੇ ਵਿੱਚ ਪ੍ਰੈਜ਼ੀਡੈਂਟ ਦੱਸਦੇ ਆ ਕਿ ਇਹ ਹਾਊਸ ਦੇ ਵਿੱਚ ਜਿਹੜਾ ਹੈ ਇਸ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਕਿਹੜੇ ਕੰਮ ਕੀਤੇ ਜਾਣਗੇ, ਐਂਡ ਵਨ ਆਫ ਦੈਮ ਵਾਜ਼ ਇੰਪਲੀਮੈਂਟੇਸ਼ਨ ਆਫ ਦਿਸ ਰਿਪੋਰਟ। 6 ਅਗਸਤ ਨੂੰ ਕੈਬਨਿਟ ਜਿਹੜੀ ਯੂਨੀਅਨ ਕੈਬਨਿਟ ਸੀਗੀ ਇੰਡੀਆ ਦੀ, ਉਹਨਾਂ ਨੇ VP ਸਿੰਘ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਦੇ ਅੰਡਰ ਜਿਹੜਾ ਹੈ ਉਹਨਾਂ ਨੇ ਇਹ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਹਿ ਦਿੱਤਾ ਕਿ ਹਾਂ ਕਿ ਡਿਸੀਜ਼ਨ ਲਿਆ ਗਿਆ ਕਿ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਊਗਾ। ਨੈਕਸਟ ਡੇ ਯਾਨੀ ਕਿ 7 ਅਗਸਤ 1990 ਨੂੰ ਪ੍ਰਾਈਮ ਮਿਨਿਸਟਰ VP ਸਿੰਘ ਜਿਹੜੇ ਹੈਗੇ ਉਹਨਾਂ ਨੇ ਦੋਨੋਂ ਹਾਊਸਸ ਯਾਨੀ ਕਿ ਲੋਕ ਸਭਾ ਐਂਡ ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ ਦੱਸ ਦਿੱਤੀ ਕਿ ਇਹ ਜਿਹੜਾ ਹੈ ਰਿਪੋਰਟ ਆ ਇਹਨੂੰ ਗਵਰਨਮੈਂਟ ਜਿਹੜੀ ਆ ਉਹਨੂੰ ਇੰਪਲੀਮੈਂਟ ਕਰਨ ਜਾ ਰਹੀ ਹੈ। ਨੈਕਸਟ ਡੇ ਵਾਲਾ ਡਿਸੀਜ਼ਨ ਜਿਹੜਾ ਹੈਗਾ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਨੂੰ ਸੈਂਡ ਕਰ ਦਿੱਤਾ ਗਿਆ। ਬਹੁਤ ਸਾਰੇ ਜਿਹੜੇ ਸੀਨੀਅਰ ਆਫਿਸਰ ਸੀਗੇ ਡਿਪਾਰਟਮੈਂਟ ਦੇ, ਉਹਨਾਂ ਨੂੰ ਇਹ ਡਿਸੀਜ਼ਨ ਜਿਹੜਾ ਹੈਗਾ ਉਹ ਕੈਬਨਿਟ ਦਾ ਦੇ ਦਿੱਤਾ ਗਿਆ, ਐਂਡ ਮਿਨਿਸਟਰਲ ਦੀ ਜਿਹੜੀ ਅਪਰੂਵਲ ਹੈਗੀ ਉਹਦੇ ਤੋਂ ਬਾਅਦ ਇਹ ਜਿਹੜਾ ਆਰਡਰ ਹੈ ਇਸ਼ੂ ਕੀਤਾ ਜਾਂਦਾ ਹੈ, ਜਿਹਦੇ ਬਾਰੇ ਆਪਾਂ ਫਸਟ ਪੇਜ ਦੇ ਉੱਤੇ ਗੱਲ ਕੀਤੀ ਹੈ। ਇਹ ਤੋਂ ਕੁਝ ਮਹੀਨੇ ਬਾਅਦ ਕਹਿੰਦੇ ਕਿ ਕਾਫੀ ਸਾਰੀਆਂ ਡਿਬੇਟਸ ਚੱਲਦੀਆਂ ਰਹੀਆਂ ਕਿ ਕੀ ਇਹ ਵਾਲਾ ਕੋਟਾ ਦਿੱਤਾ ਜਾਣਾ ਚਾਹੀਦਾ, ਕੀ ਰਿਜ਼ਰਵੇਸ਼ਨ ਦਿੱਤਾ ਜਾਣਾ ਚਾਹੀਦਾ ਹੈ ਕਿ ਨਹੀਂ ਦਿੱਤਾ ਜਾਣਾ ਚਾਹੀਦਾ। ਦੇਖੋ ਇਹ ਨੀਚੇ ਇੱਕ ਪਿਕਚਰ ਦਿੱਤੀ ਹੋਈ ਹੈ, ਰਿਜ਼ਰਵ ਫॉर ਦਿਸ ਆਊਟਸਟੈਂਡਿੰਗ ਬਟਰ ਕਲਾਸ, ਠੀਕ ਹੈ। ਅਮੂਲ ਵਾਲਿਆਂ ਦੀ ਇੱਕ ਹੈਗੀ ਹੈ ਜਿਹੜੀ ਕਿ ਰਿਜ਼ਰਵੇਸ਼ਨ ਦੇ ਅਗੇਂਸਟ ਇੱਕ ਉਹਨਾਂ ਨੇ ਉਸ ਟਾਈਮ ਤੇ ਦਿਖਾਈ ਸੀਗੀ, ਨੋ ਰਿਜ਼ਰਵੇਸ਼ਨ ਫॉर ਦਿਸ ਕੋਟਾ, ਜਿਹੜੀ ਕਿ ਬਿਲਕੁਲ ਅਗੇਂਸਟ ਸੀਗੇ ਕਿ ਰਿਜ਼ਰਵੇਸ਼ਨ ਨਹੀਂ ਦਿੱਤਾ ਜਾਣਾ ਚਾਹੀਦਾ। ਸੋ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀ ਡਿਬੇਟਸ ਜਿਹੜੀਆਂ ਨੇ ਉਸ ਟਾਈਮ ਪੀਰੀਅਡ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਬਟ ਫਾਈਨਲੀ ਜਿਹੜਾ ਹੈਗਾ ਇਸ ਕੋਟਾ ਜਦੋਂ ਇੰਪਲੀਮੈਂਟ ਕੀਤਾ ਗਿਆ ਇਹਦੇ ਖਿਲਾਫ ਕਾਫੀ ਜ਼ਿਆਦੀਆਂ ਜਿਹੜੀਆਂ ਹੈਗੀਆਂ ਕੇਸਸ ਕੰਪਲੇਨਸ ਜਿਹੜੀਆਂ ਹੈਗੀਆਂ ਸੁਪਰੀਮ ਕੋਰਟ ਵਿੱਚ ਦਿੱਤੀਆਂ ਗਈਆਂ, ਕਾਫੀ ਜ਼ਿਆਦਾ ਪ੍ਰੋਟੈਸਟ ਹੋਏ ਇਹਦੇ ਅਗੇਂਸਟ,
ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਜਨਰਲ ਕੋਟਾ ਦੇ ਜਿਹੜੇ ਜੌਬਸ ਹੈਗੀਆਂ ਉਹ ਕਾਫੀ ਜ਼ਿਆਦਾ ਘਟ ਜਾਂਦੀਆਂ ਸੀ। ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਦੀਆਂ ਜੌਬ ਓਪਰਚੁਨਿਟੀਜ਼ ਜਿਹੜੀਆਂ ਸੀ ਉਹ ਇਫੈਕਟ ਹੁੰਦੀਆਂ ਪਈਆਂ ਹੈਗੀਆਂ। ਸੋ ਇਹ ਵਾਲਾ ਰਿਜ਼ਰਵੇਸ਼ਨ ਦੇ ਅਗੇਂਸਟ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ। ਉਸ ਤੋਂ ਬਾਅਦ ਜਿਹੜਾ ਕੇਸਿਸ ਸੀਗੇ ਕਾਫੀ ਜ਼ਿਆਦਾ ਕੰਪਲੇਂਟਸ ਜਿਹੜੀਆਂ ਸੁਪਰੀਮ ਕੋਰਟ 'ਚ ਕੀਤੀਆਂ ਗਈਆਂ ਔਰ ਸੁਪਰੀਮ ਕੋਰਟ ਨੇ ਇਹਨਾਂ ਸਾਰਿਆਂ ਨੂੰ ਪਾਰਟੀ ਬਣਾ ਕੇ ਇੱਕ ਕੇਸ ਜਿਹੜਾ ਹੈਗਾ ਉਸ ਟਾਈਮ ਤੇ ਚੱਲਿਆ। ਉਹਦੇ ਵਿੱਚ ਦੋਨੋਂ ਪੱਖਾਂ ਨੂੰ ਸਾਰੇ ਪੱਖਾਂ ਨੂੰ ਸੁਪਰੀਮ ਕੋਰਟ ਨੇ ਸੁਣਿਆ ਔਰ ਸੁਪਰੀਮ ਕੋਰਟ ਨੇ ਜਿਹੜਾ ਹੈ ਆਪਣਾ ਇੱਕ ਡਿਸੀਜਨ ਦਿੱਤਾ। ਹਾਂ, ਇਸ ਕੇਸ ਨੂੰ ਬੇਟਾ ਕੀ ਕਹਿੰਦੇ ਆ, ਇੰਦਰਾ ਸਵਾਨੇ ਐਂਡ ਅਦਰਸ, ਯਾਨੀ ਕਿ ਇੰਦਰਾ ਸਵਾਨੇ ਇੱਕ ਪਟੀਸ਼ਨਰ ਸੀਗੀ ਜਿਹਨੇ ਇਹਦੇ ਵਿੱਚ ਪਟੀਸ਼ਨ ਪਾਈ ਸੀਗੀ ਔਰ ਉਹ ਤੋਂ ਇਲਾਵਾ ਬਾਕੀ ਹੋਰ ਕਈ ਸਾਰੇ ਮੈਂਬਰ ਸੀਗੇ ਜਿਨ੍ਹਾਂ ਨੇ ਪਟੀਸ਼ਨਸ ਪਾਈਆਂ ਹੈਗੀਆਂ। ਸੋ ਇਹਨੂੰ ਕਿਹਾ ਗਿਆ ਇੰਦਰਾ ਸਵਾਨੇ ਐਂਡ ਅਦਰਸ ਐਂਡ ਵਰਸਸ ਯੂਨੀਅਨ ਆਫ ਇੰਡੀਆ ਕੇਸ, ਯਾਨੀ ਕਿ ਸੈਂਟਰਲ ਗਵਰਨਮੈਂਟ ਕੇਸ। ਸੋ ਇਹਦੇ ਇੰਡੀਆ ਸੈਕਿੰਡ ਪਾਰਟੀ ਕਿਹੜੀ ਸੀਗੀ, ਯੂਨੀਅਨ ਆਫ ਇੰਡੀਆ, ਯਾਨੀ ਕਿ ਭਾਰਤ ਸਰਕਾਰ। ਠੀਕ ਹੈ, ਕਿਉਂਕਿ ਜਿਹੜਾ ਡਿਸੀਜਨ ਸੀਗਾ ਇਹਨੂੰ ਇੰਪਲੀਮੈਂਟ ਕਿਹਨੇ ਕੀਤਾ ਹੈਗਾ, ਇੰਡੀਅਨ ਗਵਰਨਮੈਂਟ ਨੇ ਕੀਤਾ ਸੀ, ਯੂਨੀਅਨ ਗਵਰਨਮੈਂਟ ਨੇ ਕੀਤਾ ਸੀ। ਸੋ ਵਨ ਪਾਰਟੀ ਵਾਸ ਯੂਨੀਅਨ ਗਵਰਨਮੈਂਟ ਐਂਡ ਅਨਦਰ ਵਾਸ the other Indira Swane and other petitioners. So these were the two parties who were attending this case. So Supreme Court ਦੇ 11 ਜੱਜਸ ਦਾ ਇੱਕ ਬੈਂਚ ਬੈਠਦਾ ਹੈ ਔਰ ਇਹਦੇ ਤੇ ਦੋਨੋਂ ਪੱਖਾਂ ਦੇ ਜਿਹੜੇ ਆਰਗੂਮੈਂਟ ਸੁਣਨ ਤੋਂ ਬਾਅਦ ਵਿੱਚ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਜੱਜਸ ਨੇ ਜਿਹੜਾ ਹੈਗਾ ਇਹਨੂੰ ਫਾਈਨਲੀ ਇਹਦੇ ਤੇ ਡਿਸੀਜਨ ਦਿੱਤਾ। 92 ਦੇ ਵਿੱਚ ਡਿਸੀਜਨ ਆਉਂਦਾ ਹੈ ਕਿ ਗਵਰਨਮੈਂਟ ਦਾ ਇਹ ਵਾਲਾ ਡਿਸੀਜਨ ਜਿਹੜਾ ਉਹ ਕੀ ਹੈ, ਬਿਲਕੁਲ ਵੈਲਿਡ ਹੈ। ਔਰ ਸੁਪਰੀਮ ਕੋਰਟ ਨੇ ਗਵਰਨਮੈਂਟ ਨੂੰ ਇਹ ਜ਼ਰੂਰ ਕਿਹਾ ਕਿ ਇਹਦੇ ਵਿੱਚ ਜਿਹੜੇ ਕ੍ਰੀਮੀ ਲੇਅਰਸ ਨੇ, ਯਾਨੀ ਕਿ ਉਹ ਲੋਕ ਜਿਹੜੇ ਆਉਂਦੇ ਤੇ ਬੈਕਵਰਡ ਕਲਾਸਿਸ 'ਚ ਨੇ, ਕਾਸਟਸ ਉਹਨਾਂ ਦੀਆਂ ਉਹੀ ਨੇ, ਬਟ ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸ ਅੱਛੇ ਨੇ, ਉਹਨਾਂ ਨੂੰ ਇਹ ਜਿਹੜਾ ਬੈਨੀਫਿਟਸ ਨੇ ਉਹ ਨਾ ਦਿੱਤੇ ਜਾਣ। ਸੋ ਇਹਦੇ ਰਿਗਾਰਡਿੰਗ ਇੱਕ ਹੋਰ ਜਿਹੜਾ ਮੈਮੋਰੈਂਡਮ ਸੀਗਾ ਉਹ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਨੇ ਇਸ਼ੂ ਕੀਤਾ। ਕਦੋਂ ਇਸ਼ੂ ਕੀਤਾ ਉਹਨਾਂ ਨੇ, 8 ਸਤੰਬਰ 1993 ਨੂੰ, ਯਾਨੀ ਕਿ 8 ਸਤੰਬਰ 1993 ਨੂੰ ਇੱਕ ਹੋਰ ਮੈਮੋਰੈਂਡਮ ਇਸ਼ੂ ਕੀਤਾ ਗਿਆ ਜਿਹਦੇ ਅਕੋਰਡਿੰਗ ਕੀ ਸੀਗਾ ਕਿ ਇਹਨਾਂ ਕਾਸਟਸ ਦੇ ਵਿੱਚ ਆਉਣ ਵਾਲੇ ਲੋਕ ਜਿਹੜੇ ਕਿ ਕ੍ਰੀਮੀ ਲੇਅਰਸ ਨੇ, ਯਾਨੀ ਕਿ ਜਿਨ੍ਹਾਂ ਦੇ ਕੋਲ ਰਿਸੋਰਸਸ ਅੱਛੇ ਨੇ, ਉਹਨਾਂ ਨੂੰ ਇਹ ਵਾਲੇ ਕੋਟੇ ਦਾ ਜਿਹੜੇ ਬੈਨੀਫਿਟਸ ਨੇ ਉਹ ਨਹੀਂ ਦਿੱਤੇ ਜਾਣਗੇ। ਔਰ ਉਹਦੇ ਤੋਂ ਬਾਅਦ ਕੰਟੀਨਿਊਸਲੀ ਬੱਚੇ ਜਿਹੜਾ ਰਿਜ਼ਰਵੇਸ਼ਨ ਹੈ ਇਹ ਚੱਲਦਾ ਆ ਰਿਹਾ ਹੈ। ਥੈਂਕ ਯੂ।